ਵਿਦਿਆਰਥੀਓ, ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਅੱਜ ਅਸੀਂ ਪੰਜਾਬੀ ਦੇ ਪ੍ਰਸਿੱਧ ਗੀਤਕਾਰ, ਪੰਜਾਬੀ ਦੇ ਪ੍ਰਸਿੱਧ ਲੋਕ ਕਵੀ ਨੰਦ ਲਾਲ ਨੂਰਪੁਰੀ ਦੀ ਰਚਨਾ ਚੁੰਮ ਚੁੰਮ ਰੱਖੋ ਬਾਰੇ ਗੱਲਬਾਤ ਕਰਾਂਗੇ। ਪੰਜਾਬੀ ਗੀਤਾਂ ਦਾ ਵਣਜਾਰਾ ਨੰਦ ਲਾਲ ਨੂਰਪੁਰੀ, ਜਿਹਦੇ ਬਹੁਤ ਸਾਰੇ ਗੀਤ ਨੇ ਔਰ ਉਹਦੇ ਗੀਤ ਜਿਹੜੇ ਆ ਉਹਨਾਂ ਦੇ ਵਿੱਚ ਲੋਕ ਤੱਤ ਇੰਨਾ ਜ਼ਿਆਦਾ ਪ੍ਰਭਾਵਸ਼ਾਲੀ ਰੂਪ ਵਿੱਚ ਪੇਸ਼ ਹੋਇਆ ਕਿ ਬਹੁਤੀ ਵਾਰੀ ਉਹ ਗੀਤ ਸਾਨੂੰ ਲੋਕ ਗੀਤ ਲੱਗਣ ਲੱਗਦੇ ਨੇ। ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਪਈਆਂ, ਗਲੀ ਗਲੀ ਡੰਡ ਪਾਉਂਦੀਆਂ ਪਈਆਂ, ਇਸ ਤਰ੍ਹਾਂ ਦੇ ਗੀਤ ਬੜੇ ਮਸ਼ਹੂਰ ਨੇ ਜਿਹੜੇ ਸੁਰਿੰਦਰ ਕੌਰ ਔਰ ਪ੍ਰਕਾਸ਼ ਕੌਰ ਨੇ ਗਾਏ ਨੇ। ਉਹਨਾਂ 'ਚੋਂ ਬਹੁਤੇ ਗੀਤ ਨੰਦ ਲਾਲ ਨੂਰਪੁਰੀ ਹੋਣਾ ਦੇ ਲਿਖੇ ਹੋਏ ਨੇ। ਪਰ ਜਿਹੜੀ ਤੁਹਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਭਾਗ 12 ਹੈ, ਉਹਦੇ ਵਿੱਚ ਉਹਨਾਂ ਦੀ ਇੱਕ ਬਹੁਤ ਹੀ ਪ੍ਰਸਿੱਧ ਰਚਨਾ ਛਪੀ ਹੈ, ਚੁੰਮ ਚੁੰਮ ਰੱਖੋ। ਆਓ ਆਪਾਂ ਉਹਦੇ ਬਾਰੇ ਗੱਲ ਕਰੀਏ। ਚੁੰਮ ਚੁੰਮ ਰੱਖੋ ਰਚਨਾ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨੰਦ ਲਾਲ ਨੂਰਪੁਰੀ ਦੀ ਸਿਰਜਣਾ ਹੈ। ਇਹ ਸਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ 12 ਵਿੱਚ ਦਰਜ ਹੈ। ਇਸ ਕਵਿਤਾ ਵਿੱਚ ਕਵੀ ਯਾਨੀ ਕਿ ਨੰਦ ਲਾਲ ਨੂਰਪੁਰੀ ਜਿਹੜਾ ਹੈ, ਇਸ ਕਵਿਤਾ ਵਿੱਚ ਕਵੀ ਮਾਤਾ ਗੁਜਰੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਜੰਗ ਵਿੱਚੋਂ ਜਿਉਂਦੇ ਮੁੜ ਆਉਣ ਦੀ ਉਡੀਕ ਛੱਡ ਦੇਣ ਦੀ ਗੱਲ ਕਰਦਾ ਹੈ। ਕਵੀ ਬੜਾ ਉਦਾਸ ਹੈ ਔਰ ਕਿਹੜੀ ਗੱਲ ਕਰਦਾ ਹੈ ਕਿ ਹੇ ਮਾਤਾ, ਤੂੰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਜੰਗ ਵਿੱਚੋਂ ਜਿਉਂਦੇ ਮੁੜ ਆਉਣ ਦੀ ਉਡੀਕ ਜਿਹੜੀ ਹੈ ਉਹ ਹੁਣ ਨਾ ਕਰ, ਕਿਉਂਕਿ ਕਵਿਤਾ ਵਿੱਚ ਸੰਕੇਤ ਮਿਲਦੇ ਨੇ ਕਿ ਜੰਗ ਦੇ ਵਿੱਚ ਬਹਾਦਰੀ ਦੇ ਨਾਲ ਲੜਦੇ ਹੋਏ ਇਹ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਮੈਂ ਦੁਬਾਰਾ ਪੜ੍ਹਨ ਲੱਗਿਆ। ਕਵਿਤਾ ਵਿੱਚ ਕਵੀ ਮਾਤਾ ਗੁਜਰੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਜੰਗ ਵਿੱਚੋਂ ਜਿਉਂਦੇ ਮੁੜ ਆਉਣ ਦੀ ਉਡੀਕ ਛੱਡ ਦੇਣ ਦੀ ਗੱਲ ਕਰਦਾ ਹੈ, ਕਿਉਂਕਿ ਕਵਿਤਾ ਵਿੱਚ ਸੰਕੇਤ ਇਹਨਾਂ ਦੋਹਾਂ ਸਾਹਿਬਜ਼ਾਦਿਆਂ ਦੇ ਸ਼ਹੀਦ ਹੋ ਜਾਣ ਵੱਲ ਇਸ਼ਾਰਾ ਕਰਦੇ ਹਨ। ਜੇ ਅਸੀਂ ਕਾਵਿ-ਬੰਧ ਦੇਖੀਏ, ਲੱਗੇ ਹੋਏ ਕਾਠੀ ਉੱਤੇ ਲਹੂ ਨੇ ਇਹ ਦੱਸਿਆ, ਮਾਏ ਤੇਰਾ ਜੋੜਾ ਦਾਦੇ ਕੋਲ ਹੈ ਜਾ ਵਸਿਆ, ਛੱਡ ਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ, ਚੁੰਮ ਚੁੰਮ ਰੱਖੋ ਨੀਏ ਕਲਗੀ ਜੁਝਾਰ ਦੀ। ਬੜਾ ਪ੍ਰਸਿੱਧ ਹੈ, ਇਹ ਬੜੀ ਪ੍ਰਸਿੱਧ ਰਚਨਾ ਹੈ ਨੰਦ ਲਾਲ ਨੂਰਪੁਰੀ ਦੀ। ਸੋ ਪੰਜਾਬੀ ਦਾ ਲੋਕ ਕਵੀ, ਗੀਤਾਂ ਦਾ ਵਣਜਾਰਾ, ਭੋਲਾ ਪੰਛੀ ਨੰਦ ਲਾਲ ਨੂਰਪੁਰੀ ਇਸ ਰਚਨਾ ਦੇ ਵਿੱਚ ਉਸ ਸਮੇਂ ਦੇ ਹਾਲਾਤਾਂ ਨੂੰ ਬਿਆਨ ਕਰਦਾ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੰਗ ਦੇ ਵਿੱਚ ਬਹਾਦਰੀ ਨਾਲ ਲੜਦੇ ਨੇ ਅਤੇ ਉਹ ਸ਼ਹਾਦਤਾਂ ਨੂੰ ਪ੍ਰਾਪਤ ਕਰ ਜਾਂਦੇ ਨੇ। ਆਪਣੇ ਪਿਆਰੇ ਪੋਤਰਿਆਂ ਦੀ ਉਡੀਕ ਦਾਦੀ ਮਾਂ ਕਰਦੀ ਹੈ, ਮਾਤਾ ਗੁਜਰੀ ਕਰਦੀ ਹੈ, ਅਤੇ ਕਵੀ ਇਹ ਕਵਿਤਾ ਵਿੱਚ ਸੰਕੇਤ ਕਰਦਾ ਹੈ ਕਿ ਹੇ ਮਾਤਾ, ਹੁਣ ਉਹਨਾਂ ਦੀ ਉਡੀਕ ਨਾ ਕਰ, ਕਿਉਂਕਿ ਉਹ ਆਪਣੇ ਦਾਦੇ ਕੋਲ ਜਾ ਵਸੇ ਨੇ। ਦਾਦਾ ਜੀ ਉਹਨਾਂ ਦੇ, ਜਿਵੇਂ ਕਿ ਤੁਸੀਂ ਜਾਣਦੇ ਹੋ, ਸ਼੍ਰੀ ਗੁਰੂ ਤੇਗ ਬਹਾਦਰ ਜੀ, ਜਿਹੜੇ ਕਿ ਚਾਂਦਨੀ ਚੌਂਕ ਦੇ ਵਿੱਚ ਹਿੰਦ ਦੀ ਚਾਦਰ ਬਣ ਕੇ ਸ਼ਹਾਦਤ ਦਾ ਜਾਮ ਪੀ ਗਏ, ਉਹ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਨੇ। ਸੋ ਹੱਕ, ਸੱਚ, ਧਰਮ ਅਤੇ ਇਨਸਾਫ ਦੀ ਖਾਤਰ ਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਸ਼ਹਾਦਤ ਦਿੱਤੀ, ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੁਰਬਾਨੀਆਂ ਕੀਤੀਆਂ, ਉਸੇ ਤਰੀਕੇ ਨਾਲ ਹੀ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜਿਹੜੇ ਨੇ ਉਹ ਜੰਗ ਦੇ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ। ਅਤੇ ਮਾਤਾ ਗੁਜਰੀ, ਜਿਹਦੇ ਵਿੱਚ ਬਹੁਤ ਸਬਰ ਹੈ, ਜਿਹੜੀ ਬੜੀ ਬਹਾਦਰ ਹੈ, ਜਿਹੜੀ ਬੜੀ ਦ੍ਰਿੜ ਹੈ, ਉਸ ਮਾਤਾ ਗੁਜਰੀ ਦੇ ਮਨ ਦੇ ਭਾਵ ਕਵੀ ਨੇ ਆਪਣੀ ਕਲਪਨਾ ਵਿੱਚ ਲਿਆ ਕੇ ਇਹ ਰਚਨਾ ਰਚੀ ਹੈ, ਚੁੰਮ ਚੁੰਮ ਰੱਖੋ ਨੀਏ ਕਲਗੀ ਜੁਝਾਰ ਦੀ। ਮੈਨੂੰ ਆਸ ਹੈ ਇਹ ਰਚਨਾ ਤੁਹਾਨੂੰ ਪਸੰਦ ਤਾਂ ਹੈ ਹੀ, ਨਾਲ ਦੀ ਨਾਲ ਇਹਦਾ ਜਿਹੜਾ ਇਤਿਹਾਸਕ ਪਿਛੋਕੜ ਔਰ ਇਹਦਾ ਜਿਹੜਾ ਕੇਂਦਰੀ ਭਾਵ ਆਪਾਂ ਕੁਝ ਨੁਕਤੇ ਉਭਾਰ ਕੇ ਕੀਤਾ ਉਹ ਸਮਝ ਆ ਗਿਆ ਹੋਵੇਗਾ। ਵਿਦਿਆਰਥੀਓ,
ਜਿਸ ਕਵੀ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ, ਇਹ ਹੈ ਬਿਰਹਾ ਦਾ ਸੁਲਤਾਨ, ਪੰਜਾਬੀ ਦਾ ਮਾਣ ਮੱਤਾ ਕਵੀ ਸ਼ਿਵ ਕੁਮਾਰ ਬਟਾਲਵੀ। ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਹਰ ਇੱਕ ਦੇ ਦਿਲ ਨੂੰ ਟੁੰਬਦੀ ਹੈ। ਉਹ ਇੱਕ ਸਧਾਰਨ ਬੰਦੇ ਨੂੰ ਵੀ ਭਾਵਪੂਰਿਤ ਕਰ ਦਿੰਦੀ ਹੈ ਅਤੇ ਵੱਡੇ ਵੱਡੇ ਚਿੰਤਕਾਂ ਦੀ ਚਿੰਤਨ ਦਾ ਵਿਸ਼ਾ ਵੀ ਬਣਦੀ ਹੈ। ਸੋ ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸੱਭਿਆਚਾਰਕ ਜਨ ਜੀਵਨ 'ਚੋਂ ਚਿੰਨ੍ਹ ਪ੍ਰਤੀਕ ਲੈ ਕੇ ਆਪਣੀ ਕਵਿਤਾ ਦੀ ਬੁਣਤੀ ਕਰਦਾ ਹੈ। ਤੁਹਾਡੇ ਸਿਲੇਬਸ ਦੇ ਵਿੱਚ, ਤੁਹਾਡੀ ਕਿਤਾਬ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਪ੍ਰਸਿੱਧ ਰਚਨਾ ਗੀਤ ਸ਼ਾਮਲ ਕੀਤੀ ਗਈ ਹੈ। ਅਤੇ ਆਓ ਆਪਾਂ ਇਸ ਰਚਨਾ ਉੱਪਰ ਵਿਚਾਰ ਚਰਚਾ ਕਰੀਏ ਅਤੇ ਇਸ ਦੇ ਕੇਂਦਰੀ ਭਾਵ ਉੱਪਰ ਥੋੜ੍ਹੀ ਜਿਹੀ ਦ੍ਰਿਸ਼ਟੀ ਪਾਈਏ। ਗੀਤ ਰਚਨਾ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਤੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਪ੍ਰਸਿੱਧ ਰਚਨਾ ਹੈ। ਇਹ ਸਾਡੀ ਪਾਠ ਪੁਸਤਕ ਲਾਜ਼ਮੀ ਪੰਜਾਬੀ ਭਾਗ 12 ਵਿੱਚ ਦਰਜ ਹੈ। ਸ਼ਿਵ ਕੁਮਾਰ ਬਟਾਲਵੀ ਨੂੰ ਪੰਜਾਬੀ ਦਾ ਜੌਨ ਕੀਟਸ ਕਿਹਾ ਜਾਂਦਾ ਹੈ। ਜੌਨ ਕੀਟਸ ਦੀਆਂ ਜਿਵੇਂ ਰਚਨਾਵਾਂ ਅੰਗਰੇਜ਼ੀ ਸਾਹਿਤ ਵਿੱਚ ਮਕਬੂਲ ਹੋਈਆਂ, ਜਿਨ੍ਹਾਂ ਵਿਸ਼ਿਆਂ ਨੂੰ ਉਸ ਨੇ ਛੋਹਿਆ, ਉਸੇ ਤਰ੍ਹਾਂ ਸ਼ਿਵ ਬਟਾਲਵੀ ਨੇ ਮਾਂ ਬੋਲੀ ਪੰਜਾਬੀ ਦੇ ਵਿੱਚ ਰਚਨਾਵਾਂ ਰਚੀਆਂ। ਇਸ ਰਚਨਾ ਵਿੱਚ ਕਵੀ ਭੱਠੀਵਾਲੀ ਦੇ ਪ੍ਰਤੀਕ ਰਾਹੀਂ ਜਾਂ ਭੱਠੀਵਾਲੀ ਦੇ ਚਿੰਨ੍ਹ ਰਾਹੀਂ ਜ਼ਿੰਦਗੀ ਵਿਚਲੇ ਦੁੱਖਾਂ ਦਾ ਅੰਤ ਕਰਨਾ ਚਾਹੁੰਦਾ ਹੈ। ਉਹ ਪ੍ਰਤੀਕਾਤਮਕ ਰੂਪ ਵਿੱਚ ਭਾਵ ਚਿੰਨ੍ਹਾਤਮਕ ਰੂਪ ਵਿੱਚ ਭਾਵ ਸਿੰਬਲਸ ਰਾਹੀਂ ਉਹ ਪ੍ਰਤੀਕਾਤਮਕ ਰੂਪ ਵਿੱਚ ਹੰਝੂਆਂ ਦਾ ਭਾੜਾ ਦੇ ਕੇ ਪੀੜਾਂ ਦਾ ਪਰਾਗਾ ਭੁੰਨਣ ਦੀ ਅਰਜ਼ੋਈ ਕਰਦਾ ਹੈ, ਬੇਨਤੀ ਕਰਦਾ ਹੈ, ਗੁਜ਼ਾਰਿਸ਼ ਕਰਦਾ ਹੈ। ਕਵਿਤਾ ਵਿੱਚ ਤੁਕਾਂ ਨੇ, ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਦੁੱਖਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ। ਸ਼ਿਵ ਬਟਾਲਵੀ ਨੇ ਇਸ ਕਵਿਤਾ ਵਿੱਚ ਬੜੇ ਪ੍ਰਭਾਵਸ਼ਾਲੀ ਅਤੇ ਦਿਲ ਨੂੰ ਟੁੰਬਣ ਵਾਲੇ ਸ਼ਬਦ ਵਰਤੇ ਨੇ। ਮੌਤ ਦੀ ਗੱਲ ਉਹ ਕਿਸ ਰੂਪ 'ਚ ਕਰਦਾ ਹੈ? ਸੌਂ ਗਈਆਂ ਹਵਾਵਾਂ ਰੋ ਰੋ ਕਰ ਵਰਲਾਪਨੀ, ਤਾਰਿਆਂ ਨੂੰ ਚੜ੍ਹ ਗਿਆ ਮੱਠਾ ਮੱਠਾ ਤਾਪਨੀ, ਜੰਝ ਸਾਵਾਂ ਦੀ ਦਾ ਰੁੱਸ ਗਿਆ ਲਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ ਨੀ ਭੱਠੀ ਵਾਲੀਏ। ਸਾਹਾਂ ਦੀ ਜੰਝ ਦੇ ਲਾੜੇ ਦੇ ਰੁੱਸ ਜਾਣ ਦੀ ਗੱਲ ਉਹ ਸਿੰਬਲ ਰਾਹੀਂ, ਪ੍ਰਤੀਕ ਰਾਹੀਂ, ਚਿੰਨ੍ਹ ਰਾਹੀਂ ਮੌਤ ਨੂੰ ਪੇਸ਼ ਕਰਦੀ ਹੈ। ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨਹੀਂ, ਜਿੱਥੇ ਮੇਰੇ ਹਾਣੀਆਂ ਦਾ ਲੰਘ ਗਿਆ ਪੂਰਨੀ, ਉਸ ਪਿੰਡ ਦਾ ਸੁਣੀ ਦੇ ਰਾਹ ਮਾੜਾ। ਸੋ ਸਾਰੇ ਜਿਹੜੇ ਸੰਕੇਤ ਨੇ ਉਹ ਪੰਜਾਬੀ ਸੱਭਿਆਚਾਰਕ ਜੀਵਨ ਦੇ ਵਿੱਚੋਂ ਚਿੰਨ੍ਹ ਪ੍ਰਤੀਕ ਲੈ ਕੇ ਉਹਨੇ ਆਪਣੇ ਭਾਵਾਂ ਦੀ ਅਭਿਵਿਅਕਤੀ ਕੀਤੀ ਹੈ, ਪ੍ਰਗਟਾਵਾ ਕੀਤਾ। ਸੋ ਇਸ ਕਵਿਤਾ ਦੇ ਵਿੱਚ ਸ਼ਿਵ ਬਟਾਲਵੀ ਜਿਹੜਾ ਪੰਜਾਬੀ ਦਾ ਜੌਨ ਕੀਟਸ ਅਸੀਂ ਕਹਿੰਦੇ ਹਾਂ ਅਤੇ ਜਿਹਨੂੰ ਅਸੀਂ ਬਿਰਹਾ ਦਾ ਸੁਲਤਾਨ ਕਵੀ ਕਹਿੰਦੇ ਹਾਂ, ਜਿਹਨੂੰ ਸ਼ਿਵ ਨੇ ਜਿਹੜਾ ਇੱਕ ਬਹੁਤ ਵੱਖਰਾ ਕਾਵ ਨਾਟਕ ਲਿਖਿਆ ਸੀ ਲੂਣਾ, ਜਿੱਤੇ ਸਾਹਿਤ ਅਕੈਡਮੀ ਇਨਾਮ ਉਸ ਨੂੰ ਮਿਲਿਆ ਅਤੇ ਜਿਸ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਬੜੀ ਛੋਟੀ ਉਮਰ ਦੇ ਵਿੱਚ ਹੀ ਵੱਡਮੁੱਲਾ ਸਾਹਿਤ ਪਾਇਆ ਅਤੇ ਬਹੁਤ ਛੇਤੀ ਇਸ ਫਾਨੀ ਸੰਸਾਰ ਤੋਂ ਵਿਦਾ ਹੋ ਗਿਆ। 36-37 ਸਾਲ ਦੀ ਉਮਰ ਦੇ ਵਿੱਚ ਹੀ ਉਹ ਇਸ ਸੰਸਾਰ ਨੂੰ ਛੱਡ ਗਿਆ ਅਤੇ ਇੰਨਾ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਸੋਹਣਾ ਸਾਹਿਤ ਪੰਜਾਬੀ ਨੂੰ ਦੇ ਗਿਆ। ਉਸ ਕਵੀ ਦੀ ਕਵਿਤਾ ਦਾ ਕੇਂਦਰੀ ਭਾਵ ਜਿਹੜਾ ਗੀਤ ਦਾ ਕੇਂਦਰੀ ਭਾਵ ਹੈ ਉਹ ਅਸੀਂ ਪੜ੍ਹਿਆ, ਸੁਣਿਆ, ਸਮਝਿਆ। ਇੱਕ ਵਾਰੀ ਮੈਂ ਦੁਬਾਰਾ ਇਹਨੂੰ ਤੁਹਾਡੇ ਲਈ ਰੀਡ ਕਰ ਦਿੰਦਾ, ਪੜ੍ਹ ਦਿੰਦਾ। ਗੀਤ ਰਚਨਾ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਤੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਪ੍ਰਸਿੱਧ ਰਚਨਾ ਹੈ। ਇਹ ਸਾਡੀ ਪਾਠ ਪੁਸਤਕ ਲਾਜ਼ਮੀ ਪੰਜਾਬੀ ਭਾਗ 12 ਵਿੱਚ ਦਰਜ ਹੈ। ਸ਼ਿਵ ਕੁਮਾਰ ਬਟਾਲਵੀ ਨੂੰ ਪੰਜਾਬੀ ਦਾ ਜੌਨ ਕੀਟਸ ਕਿਹਾ ਜਾਂਦਾ ਹੈ। ਇਸ ਰਚਨਾ ਵਿੱਚ ਕਵੀ ਨੇ ਭੱਠੀਵਾਲੀ ਦੇ ਪ੍ਰਤੀਕ ਰਾਹੀਂ ਜ਼ਿੰਦਗੀ ਵਿਚਲੇ ਦੁੱਖਾਂ ਦਾ ਅੰਤ ਕਰਨਾ ਚਾਹਿਆ ਹੈ। ਉਹ ਪ੍ਰਤੀਕਾਤਮਕ ਰੂਪ ਵਿੱਚ ਹੰਝੂਆਂ ਦਾ ਭਾੜਾ ਦੇ ਕੇ ਪੀੜਾਂ ਦਾ ਪਰਾਗਾ ਭੁੰਨਣ ਦੀ ਅਰਜ਼ੋਈ ਕਰਦਾ ਹੈ। ਕਵੀ ਲਿਖਦਾ ਹੈ, ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਦੁੱਖਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ। ਜਿਸ ਅਗਲੇ ਕਵੀ ਔਰ ਉਸ ਦੀ ਰਚਨਾ ਬਾਰੇ ਆਪਾਂ ਗੱਲ ਕਰਾਂਗੇ, ਉਹ ਵੀ ਨਾਮ ਕਿਸੇ ਤਾਰਫ ਦਾ ਮੁਹਤਾਜ ਨਹੀਂ। ਜੋ ਤਸਵੀਰ ਤੁਸੀਂ ਆਪਣੇ ਸਕਰੀਨ 'ਤੇ ਦੇਖ ਰਹੇ ਹੋ, ਇਹ ਡਾਕਟਰ ਹਰਭਜਨ ਸਿੰਘ ਹੋਣਾ ਦੀ ਤਸਵੀਰ ਹੈ।
ਡਾਕਟਰ ਹਰਭਜਨ ਸਿੰਘ ਨੇ ਬਹੁਤ ਸਾਰੀਆਂ ਆਲੋਚਨਾ ਦੀਆਂ ਕਿਤਾਬਾਂ ਲਿਖੀਆਂ ਅਤੇ ਬੜੀ ਖੂਬਸੂਰਤ ਸ਼ਾਇਰੀ ਵੀ ਕੀਤੀ। ਡਾਕਟਰ ਹਰਭਜਨ ਸਿੰਘ ਦੀ ਖਾਸੀਅਤ ਇਹ ਸੀ ਕਿ ਉਹਨਾਂ ਨੇ ਕਵਿਤਾ ਬਾਰੇ ਇਹ ਵਿਚਾਰ ਦਿੱਤਾ ਕਿ ਕਵਿਤਾ ਲਈ ਸਭ ਤੋਂ ਪਹਿਲਾਂ ਕਵਿਤਾ ਹੋਣਾ ਜ਼ਰੂਰੀ ਹੈ। ਕਵਿਤਾ ਵਿੱਚ ਬਹੁਤ ਭਾਰੇ ਭਾਰੇ ਵਿਸ਼ੇ, ਭਾਰੇ ਭਾਰੇ ਖਿਆਲ ਜਿਹੜੇ ਹੈ ਉਹ ਪੇਸ਼ ਕਰਨ ਲੱਗਿਆਂ ਉਹਨਾਂ ਨੇ ਕਿਹਾ ਕਿ ਕਈ ਕਵੀ ਜਿਹੜੇ ਹੈ ਉਹ ਬਹੁਤ ਜ਼ਿਆਦਾ ਵਿਚਾਰਧਾਰਾ ਨੂੰ ਪੇਸ਼ ਕਰਨ ਲੱਗ ਜਾਂਦੇ ਆ ਕਵਿਤਾ ਵਿੱਚ। ਸੋ ਕਵਿਤਾ ਨਹੀਂ ਰਹਿੰਦੀ, ਉਹ ਵਾਰਤਕ ਬਣ ਜਾਂਦੀ ਹੈ। ਸੋ ਉਹਨਾਂ ਨੇ ਸਭ ਤੋਂ ਵੱਡੀ ਗੱਲ ਇਹ ਕਹੀ ਕਿ ਕਵਿਤਾ ਲਈ ਕਵਿਤਾ ਹੋਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਜਿਹੜੇ ਹੈ, ਸ਼ਿਵ ਬਟਾਲਵੀ ਸਾਡੇ ਸੋਝਵਾਦੀ ਕਵੀ ਹੋਏ ਹੈ, ਉਸੇ ਤਰ੍ਹਾਂ ਡਾਕਟਰ ਹਰਭਜਨ ਸਿੰਘ ਵੀ ਪੰਜਾਬੀ ਦੇ ਪ੍ਰਸਿੱਧ ਸੋਝਵਾਦੀ ਕਵੀ ਹੋਏ ਆ। ਬਾਕੀ ਉਹਨਾਂ ਨੇ ਪ੍ਰਗਤੀਵਾਦ, ਆਧੁਨਿਕਤਾਵਾਦ, ਵੱਖ-ਵੱਖ ਜਿਹੜੇ ਵਾਦ ਸੀ ਉਹਨਾਂ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਸਿਰਜਣਾ ਹੈ ਉਹ ਦੇਖੀ ਜਾ ਸਕਦੀ ਹੈ, ਲੇਕਿਨ ਉਹਨਾਂ ਨੂੰ ਅਸੀਂ ਇੱਕ ਸੋਝਵਾਦੀ ਕਵੀ ਦੇ ਤੌਰ 'ਤੇ ਜਾਣਦੇ ਹਾਂ। ਬਹੁਤ ਵੱਡੇ ਆਲੋਚਕ ਔਰ ਬਹੁਤ ਹੀ ਉੱਚ ਕੋਟੀ ਦੇ ਕਵੀ ਡਾਕਟਰ ਹਰਭਜਨ ਸਿੰਘ। ਉਹਨਾਂ ਦੀਆਂ ਬਹੁਤ ਸਾਰੀਆਂ ਪ੍ਰਸਿੱਧ ਰਚਨਾਵਾਂ ਜਿਹੜੀਆਂ ਨੇ ਉਹ ਆਪਾਂ ਨੂੰ ਮਿਲਦੀਆਂ ਨੇ ਤੁਹਾਡੇ ਪੁਸਤਕ ਦੇ ਵਿੱਚ, ਜਿੱਥੇ ਉਹਨਾਂ ਦਾ ਜੀਵਨ ਅਤੇ ਰਚਨਾ ਦਿੱਤੀ ਹੈ ਉਹਦੇ ਵਿੱਚ ਤੁਸੀਂ ਉਹਨੂੰ ਦੇਖ ਸਕਦੇ ਹੋ। ਅੱਜ ਅਸੀਂ ਉਹਨਾਂ ਦੀ ਕਵਿਤਾ ਦੀ ਗੱਲ ਕਰਾਂਗੇ। ਉਹਨਾਂ ਦੀ ਕਵਿਤਾ ਹੈ ਮੇਰਾ ਬਚਪਨ। ਮੈਂ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਨਾ ਕਰਾਂ, ਵਿਸਥਾਰ 'ਚ ਨਾ ਜਾਵਾਂ, ਤਾਂ ਜੇ ਆਪਾਂ ਕੇਂਦਰੀ ਭਾਵ ਦੀ ਗੱਲ ਕਰੀਏ ਤਾਂ ਮੇਰਾ ਬਚਪਨ ਕਵਿਤਾ ਸਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਭਾਗ 12 ਵਿੱਚ ਦਰਜ ਹੈ। ਇਸ ਦੀ ਰਚਨਾ ਮਹਾਨ ਪੰਜਾਬੀ ਸਾਹਿਤਕਾਰ ਡਾਕਟਰ ਹਰਭਜਨ ਸਿੰਘ ਨੇ ਕੀਤੀ ਹੈ। ਇਸ ਕਵਿਤਾ ਵਿੱਚ ਕਵੀ ਨੇ ਬਾਪ ਦੇ ਮਰ ਜਾਣ ਕਾਰਨ ਬੱਚੇ ਦੇ ਬਚਪਨ ਦੀ ਮਾਸੂਮੀਅਤ ਦੇ ਰੁੱਲ ਜਾਣ ਦਾ ਭਾਵਪੂਰਤ ਚਿੱਤਰ ਪੇਸ਼ ਕੀਤਾ ਹੈ। ਹੁਣ ਕਿਹੜਾ ਚਿੱਤਰ ਪੇਸ਼ ਕੀਤਾ ਹੈ? ਭਾਵਪੂਰਤ ਚਿੱਤਰ ਪੇਸ਼ ਕੀਤਾ ਹੈ। ਕਿਸ ਚੀਜ਼ ਦਾ? ਜਦੋਂ ਘਰ ਦੇ ਵਿੱਚ ਬਾਪ ਨਾ ਹੋਵੇ, ਬਾਪ ਮਰ ਜਾਵੇ ਅਤੇ ਬਾਪ ਦੇ ਮਰ ਜਾਣ ਨਾਲ ਬੱਚੇ ਦਾ ਬਚਪਨ ਜਿਹੜਾ ਹੈ ਉਹ ਰੁੱਲ ਜਾਂਦਾ ਹੈ, ਉਹਦੀ ਸਾਰੀ ਮਾਸੂਮੀਅਤ ਰੁੱਲ ਜਾਂਦੀ ਹੈ, ਕਿਉਂਕਿ ਉਹਨੂੰ ਆਪਣੀ ਬਾਪ ਦੀ ਥਾਂ 'ਤੇ ਇੱਕ ਰੋਲ ਨਿਭਾਉਣਾ ਪੈਂਦਾ। ਕਵੀ ਨੇ ਵਿਧਵਾ ਮਾਂ ਨੂੰ ਸਮਾਜ ਵਿੱਚ ਪੇਸ਼ ਆਉਂਦੀਆਂ ਮੁਸ਼ਕਲਾਂ ਦਾ ਵੀ ਸੰਕੇਤਕ ਚਿੱਤਰਣ ਕੀਤਾ ਹੈ। ਬਾਪ ਘਰ ਦੀ ਛੱਤ ਹੁੰਦਾ ਹੈ, ਉਸ ਤੋਂ ਬਿਨਾਂ ਪਲੇ ਬੱਚੇ ਵੱਡੇ ਹੋ ਕੇ ਆਪਣੇ ਬਚਪਨ ਦੇ ਗਵਾਚ ਜਾਣ ਉੱਪਰ ਝੂਰਦੇ ਰਹਿੰਦੇ ਨੇ। ਬਾਪ ਘਰ ਦੀ ਛੱਤ ਹੁੰਦਾ, ਜਿਹੜੇ ਬੱਚੇ ਉਹ ਤੋਂ ਬਿਨਾਂ ਪਲਦੇ ਨੇ, ਬਾਪ ਤੋਂ ਬਿਨਾਂ ਪਲਦੇ ਨੇ, ਉਹ ਸਾਰੀ ਜ਼ਿੰਦਗੀ ਜੇ ਕੁਛ ਬਣ ਵੀ ਜਾਣ ਤਾਂ ਵੀ ਬਚਪਨ ਨਾ ਮਾਣਿਆ ਹੋਣ ਕਰਕੇ ਉਹ ਆਪਣੇ ਬਚਪਨ ਦੇ ਗਵਾਚ ਜਾਣ ਦੀ ਗੱਲ ਕਰਦਿਆਂ ਝੂਰਦੇ ਰਹਿੰਦੇ ਨੇ। ਕਵੀ ਲਿਖਦਾ ਹੈ ਮੇਰਾ ਬਚਪਨ ਅਜੇ ਨਾ ਆਇਆ, ਮੇਰਾ ਬਚਪਨ ਕਦ ਆਵੇਗਾ। ਸੋ ਕਵੀ ਜਿਹੜਾ ਹੈ ਉਹਨੇ ਇੱਕ ਬੜਾ ਹੀ ਸੂਖਮ, ਬੜਾ ਹੀ ਅਹਿਮ ਵਿਸ਼ਾ ਇਸ ਕਵਿਤਾ ਦੇ ਵਿੱਚ ਛੋਹਿਆ ਕਿ ਜਦੋਂ ਬਾਪ ਦੀ ਮੌਤ ਹੋ ਜਾਂਦੀ ਹੈ, ਬਾਪ ਘਰ ਦੀ ਛੱਤ ਹੁੰਦਾ, ਮਾਂ ਧਰਤੀ ਹੁੰਦੀ ਹੈ, ਜਦੋਂ ਬਾਪ ਨਹੀਂ ਰਹਿੰਦਾ, ਉਹਦੀ ਮੌਤ ਹੋ ਜਾਂਦੀ ਹੈ, ਤਾਂ ਜਿਹੜੇ ਬੱਚੇ ਨੇ ਉਹਨਾਂ 'ਤੇ ਕੀ ਗੁਜ਼ਰਦੀ ਹੈ, ਉਹਨਾਂ ਦੀ ਮਾਂ 'ਤੇ ਕੀ ਗੁਜ਼ਰਦੀ ਹੈ, ਅਤੇ ਉਸ ਤੋਂ ਬਾਅਦ ਵੱਡੇ ਹੋ ਕੇ ਵੀ ਉਹ ਆਪਣੇ ਬਚਪਨ ਨੂੰ ਯਾਦ ਕਰਦੇ ਰਹਿੰਦੇ ਨੇ। ਜਿਸ ਤਰ੍ਹਾਂ ਆਮ ਲੋਕਾਂ ਦੇ ਬੱਚਿਆਂ ਦੇ ਬਚਪਨ ਬੀਤਦੇ ਨੇ, ਇਹਨਾਂ ਬੱਚਿਆਂ ਦਾ ਬਚਪਨ ਉਸ ਤਰ੍ਹਾਂ ਨਹੀਂ ਬੀਤਿਆ ਹੁੰਦਾ, ਉਹ ਸਾਰੀ ਜ਼ਿੰਦਗੀ ਝੂਰਦੇ ਰਹਿੰਦੇ ਨੇ। ਸੋ ਇਹ ਕਵਿਤਾ ਬੜੀ ਮਹੱਤਵਪੂਰਨ ਕਵਿਤਾ ਹੈ। ਮੈਂ ਇੱਕ ਵਾਰੀ ਫੇਰ ਇਹਨੂੰ ਪੜ੍ਹਦੇ ਹਾਂ। ਮੇਰਾ ਬਚਪਨ ਕਵਿਤਾ ਸਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਭਾਗ 12 ਵਿੱਚ ਦਰਜ ਹੈ। ਇਸ ਦੀ ਰਚਨਾ ਮਹਾਨ ਪੰਜਾਬੀ ਸਾਹਿਤਕਾਰ ਡਾਕਟਰ ਹਰਭਜਨ ਸਿੰਘ ਨੇ ਕੀਤੀ ਹੈ। ਇਸ ਕਵਿਤਾ ਵਿੱਚ ਕਵੀ ਨੇ ਬਾਪ ਦੇ ਮਰ ਜਾਣ ਕਾਰਨ ਬੱਚੇ ਦੇ ਬਚਪਨ ਦੀ ਮਾਸੂਮੀਅਤ ਦੇ ਰੁੱਲ ਜਾਣ ਦਾ ਭਾਵਪੂਰਤ ਚਿੱਤਰ ਪੇਸ਼ ਕੀਤਾ ਹੈ। ਕਵੀ ਨੇ ਵਿਧਵਾ ਮਾਂ ਨੂੰ ਸਮਾਜ ਵਿੱਚ ਪੇਸ਼ ਆਉਂਦੀਆਂ ਮੁਸ਼ਕਲਾਂ ਦਾ ਵੀ ਸੰਕੇਤਕ ਚਿੱਤਰਣ ਕੀਤਾ ਹੈ। ਬਾਪ ਘਰ ਦੀ ਛੱਤ ਹੁੰਦਾ ਹੈ, ਉਹ ਤੋਂ ਬਿਨਾਂ ਪਲੇ ਬੱਚੇ ਵੱਡੇ ਹੋ ਕੇ ਆਪਣੇ ਬਚਪਨ ਦੇ ਗਵਾਚ ਜਾਣ ਉੱਪਰ ਝੂਰਦੇ ਰਹਿੰਦੇ ਹਨ। ਕਵੀ ਲਿਖਦਾ ਹੈ ਮੇਰਾ ਬਚਪਨ ਅਜੇ ਨਾ ਆਇਆ, ਮੇਰਾ ਬਚਪਨ ਕਦ ਆਵੇਗਾ। ਸੋ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਾਲ ਕਵਿਤਾ ਨੂੰ ਪੜ੍ਹ ਕੇ ਇਹਦੇ ਕੇਂਦਰੀ ਭਾਵ ਨੂੰ ਪੜ੍ਹ ਲਿਆ ਹੋਣਾ, ਸਮਝ ਲਿਆ ਹੋਣਾ। ਇੱਕ ਦੋ ਵਿਆਕਰਨਕ ਉਕਾਈਆਂ ਹੋਈਆਂ ਟਾਈਪਿੰਗ ਦੇ ਵਿੱਚ, ਜਦੋਂ ਅਸੀਂ ਫੌਂਟ ਕਨਵਰਟ ਕਰਦੇ ਹਾਂ ਤਾਂ ਉਹਦੇ ਥੋੜ੍ਹੀ ਜਿਹੀ ਦਿੱਕਤਾਂ ਆਉਂਦੀਆਂ ਨੇ,
ਸੋ ਉਹਨਾਂ ਨੂੰ ਅਸੀਂ ਸੋਧਾਂਗੇ, ਲੱਭਣ ਦੀ ਕੋਸ਼ਿਸ਼ ਕਰਿਓ ਅਤੇ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰ ਤੋਂ ਇਹ ਨਾ ਹੋਣ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ।